ਪ੍ਰੋਵਿੰਸ਼ੀਅਲ ਸਿਸਟਮ ਜਿਵੇਂ ਜਿਸ ਤਰੀਕੇ ਨਾਲ ਸੈੱਟ ਕੀਤਾ ਗਿਆ ਸੀ ਉਸ ਦੇ ਵਿੱਚ ਤੁਸੀਂ 1.5 ਲੱਖ 3 ਲੱਖ ਵੈਕਸੀਨ ਦੇ ਵਿੱਚ ਲਾ ਸਕਦੇ ਆ। ਕੌਣ ਲਗਵਾ ਸਕਦਾ ਇਸ ਵੇਲੇ, ਕੌਣ ਐਲੀਜੀਬਲ ਹੈ ਕਿ ਕੋਈ ਸਿਟੀਜ਼ਨ ਹੈ ਇੱਥੇ ਦਾ ਜਾਂ PR ਹੈ ਜਾਂ ਕੋਈ ਵਰਕ ਪਰਮਿਟ ਤੇ ਹੈ, ਕੋਈ ਸਟੂਡੈਂਟ ਹੈ, ਕਿਹਦੇ ਲਈ ਇਸ ਵੇਲੇ ਸਾਰੀਆਂ ਆਪਸ਼ਨਸ ਓਪਨ ਨੇ? ਜਦੋਂ ਇੱਕ ਵਾਰ ਸਾਰੇ ਵੈਕਸੀਨ ਫਸਟ ਡੋਜ਼ ਸਾਰਿਆਂ ਦੇ ਲੱਗ ਜਾਂਦੀ ਹੈ ਤਾਂ ਉਹ ਵੀ ਪਹਿਲਾਂ ਵੀ ਹੋ ਸਕਦੀ ਹੈ ਕਿ ਜਾਂ ਉਹ 4 ਮਹੀਨੇ ਤੋਂ ਲੇਟ ਵੀ ਹੋਣ ਦੇ ਚਾਂਸਸ ਲੱਗਦੇ। ਅਜੇ ਵੀ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜੋ ਬਣਦੇ ਅਰੇਂਜਮੈਂਟਸ ਚਾਹੀਦੇ ਸੀ, ਡਗਫੋਰਡ ਸਰਕਾਰ ਉਹਨਾਂ 'ਚ ਅਜੇ ਕਾਮਯਾਬ ਨਹੀਂ ਹੋਈ, ਬਹੁਤ ਢਿੱਲ ਵਰਤੀ ਗਈ ਹੈ ਜਿਹਦੇ ਕਾਰਨ ਨੰਬਰ ਬਹੁਤ ਵੱਧ ਗਏ ਨੇ। ਇਹੀ ਜਿਹੜੀਆਂ ਧਿਰਾਂ ਇੱਥੇ ਕਹਿ ਰਹੀਆਂ ਵੀ ਅੰਟਾਰੀਓ ਕੁਛ ਕਰ ਨਹੀਂ ਰਿਹਾ। ਜਦੋਂ ਅਸੀਂ ਬਾਕੀ ਪ੍ਰੋਵਿੰਸਿਸ ਨੂੰ ਕੰਪੇਅਰ ਕਰਦੇ ਹਾਂ ਤੇ ਅੰਟਾਰੀਓ ਕਈ ਆਪਾਂ ਕਹਿ ਸਕਦੇ ਹਾਂ is working way further ahead and supporting its residents a lot more. ਇਸ ਵੇਲੇ ਸਾਡੀ ਲਾਈਨ ਮਿਲ ਚੁੱਕੀ ਹੈ ਪ੍ਰਭਮੀਤ ਸਰਕਾਰੀਆ ਹੋਰਾਂ ਦੇ ਨਾਲ, ਜਿਹੜੇ ਕਿ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ ਬਰੈਂਪਟਨ ਸਾਊਥ ਤੋਂ, ਤੇ ontario ਗਵਰਨਮੈਂਟ ਵੱਲੋਂ ਜੋ ਇਸ ਵੇਲੇ ਵੈਕਸੀਨੇਸ਼ਨ ਨੂੰ ਲੈ ਕੇ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ ਜਾ ਰਹੀਆਂ ਨੇ ਜਾਂ ਜੋ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਜਿਸ ਤਰੀਕੇ ਦੇ ਨਾਲ ਕਮਿਊਨਿਟੀ ਤੱਕ ਜਾਂ ਭਾਈਚਾਰੇ ਤੱਕ ਹੋਰ ਜ਼ਿਆਦਾ ਇਨਕਰੇਜ ਕਰਨ ਦੇ ਲਈ, ਉਤਸ਼ਾਹਿਤ ਕਰਨ ਦੇ ਲਈ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਨੇ, ਉਹਦੇ ਬਾਰੇ 'ਚ ਕੁਛ ਇਨਫੋਰਮੇਸ਼ਨ ਲੈ ਕੇ ਮੇਰੇ ਨਾਲ ਇਸ ਵੇਲੇ ਪ੍ਰਭਮੀਤ ਸਰਕਾਰੀਆ ਹੋਰੀ ਨੇ। ਔਰ ਖਾਸ ਇਸ ਵੇਲੇ ਅਨਾਊਂਸਮੈਂਟ ਹੋਣੀ ਹੈ ਜਿੱਥੇ 18 ਸਾਲ ਜਾਂ ਫਿਰ ਉਸ ਤੋਂ ਉੱਪਰ ਦੀ ਏਜ ਗਰੁੱਪ ਦੇ ਲਈ ਹੁਣ ਵੈਕਸੀਨੇਸ਼ਨ ਲਗਵਾਉਣ ਦੇ ਲਈ ਕਿਹੜੇ ਕਿਹੜੇ ਤਰੀਕੇ ਹੋਣਗੇ, ਕਿਵੇਂ ਬੁਕਿੰਗ ਕਰਵਾਈ ਜਾ ਸਕਦੀ ਹੈ, ਉਹਦੇ ਬਾਰੇ 'ਚ ਅਸੀਂ ਗੱਲ ਕਰਾਂਗੇ। ਪ੍ਰਭਮੀਤ ਜੀ, ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਵੈਰੀ ਮਚ ਗਿਲ ਸਾਹਿਬ, ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਪ੍ਰਭਮੀਤ ਜੀ, ਪਹਿਲਾਂ ਤਾਂ ਦੱਸੀਏ ਇਸ ਵੇਲੇ ਪਿਛਲੇ ਸਮੇਂ 'ਤੇ ਜਦੋਂ ਤੋਂ ਕੋਵਿਡ ਦੇ ਨਾਲ ਸੰਬੰਧਿਤ ਅਪਡੇਟਸ ਜਦੋਂ ਵੀ ਅਸੀਂ ਪ੍ਰੋਵਿੰਸ਼ੀਅਲ ਲੈਵਲ ਦੇ ਉੱਪਰ ਡਿਸਕਸ ਕਰਦੇ ਹਾਂ ਤਾਂ ਕਾਫੀ ਸਾਰੀ ਕਹਿ ਲਈਏ ਕਿ ਦੁਬਿਧਾ ਵੀ ਬਣੀ ਹੋਈ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਡਗਫੋਰਡ ਸਰਕਾਰ ਦੇ ਉੱਪਰ ਲੋਕਾਂ ਦੇ ਸਵਾਲ ਵੀ ਖੜੇ ਹੋ ਰਹੇ ਸੀ ਕਿਸੇ ਨਾ ਕਿਸੇ ਰੂਪ ਦੇ ਉੱਪਰ। ਪ੍ਰੋਵਿੰਸ਼ੀਅਲ ਸਰਕਾਰ ਜਿਹੜੀ ਹੈ ਜੀ ਉਹ ਫੈਡਰਲ ਸਰਕਾਰ ਨੂੰ ਜ਼ਿੰਮੇਵਾਰ ਬਣਾ ਰਹੀ ਸੀ। ਵੈਕਸੀਨੇਸ਼ਨ ਦੀ ਸਪਲਾਈ ਦੇ ਬਾਰੇ 'ਚ ਵੀ ਸਵਾਲ ਖੜਾ ਹੋ ਰਿਹਾ ਸੀ। ਫਿਰ ਉਹਨੂੰ ਅੱਗੇ ਡਿਸਟਰੀਬਿਊਸ਼ਨ ਦੇ ਬਾਰੇ 'ਚ ਵੀ ਕਾਫੀ ਸਾਰੀਆਂ ਤਿਆਰੀਆਂ ਦੇ ਉੱਪਰ ਅਲੱਗ-ਅਲੱਗ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਸੀ। ਓਵਰਆਲ ਪਹਿਲਾਂ ਸ਼ੁਰੂ ਦੇ ਵਿੱਚ ਤੁਸੀਂ ਆਪਾਂ 2 ਮਿੰਟ ਦੇ ਵਿੱਚ ਜੇ ਸਮ ਅਪ ਕਰਨਾ ਚਾਹੋ ਹੁਣ ਤੱਕ ਦੇ ਸਾਰੇ ਇਸ ਮਾਹੌਲ ਨੂੰ, ਜਿੱਥੇ ਚਾਹੇ ਉਹ ਡਗਫੋਰਡ ਸਰਕਾਰ ਦੇ ਬਾਰੇ 'ਚ ਲੋਕਾਂ ਦੇ ਵਿੱਚ ਕਿੰਤੂ ਪ੍ਰੰਤੂ ਹੋਣਾ ਜਾਂ ਫੈਡਰਲ ਲੈਵਲ ਦੇ ਉੱਪਰ ਕਿਸ ਤਰੀਕੇ ਦੇ ਨਾਲ ਇਹਦੇ ਲਈ ਅੱਗੇ ontario ਦੇ ਲਈ ਹੈਲਪ ਕੀਤੀ ਜਾ ਰਹੀ ਹੈ, ਜਾਂ ਜਿਹੜਾ ਲੋਕਲ ਰਾਈਡਿੰਗ ਲੈਵਲ ਦੇ ਉੱਪਰ ਚਾਹੇ ਤੁਸੀਂ ਉਹ ਅਮਰਜੋਤ ਹੋਰੀ ਹੋ, ਦੀਪਕ ਆਨੰਦ ਹੋਰਾਂ ਦੀ ਗੱਲ ਕਰ ਲਈਏ ਜਾਂ ਬਾਕੀ ਦੇ ਜਿਹੜੇ ਸਾਡੇ MPPs ਨੇ, ਕਿਵੇਂ ਚੱਲ ਰਿਹਾ ਇਸ ਵੇਲੇ ਸਾਰਾ ਮਾਹੌਲ? ਹਾਂਜੀ, ਇਸ ਵਿੱਚ ਭਾਜੀ ਸਭ ਤੋਂ ਪਹਿਲਾਂ ਅਫਕੋਰਸ ਜਿਹੜੇ ਸਾਡੇ ਸ਼ੁਰੂਆਤ ਵਿੱਚ ਜਿਹੜੇ ਸਪਲਾਈ ਦੇ ਵਿੱਚ ਕਾਫੀ ਚੈਲੰਜਸ ਸੀਗੇ ਜਦੋਂ ਅਸੀਂ ਜਨਵਰੀ ਦੇ ਵਿੱਚ ਜਨਵਰੀ ਤੋਂ ਬਾਅਦ ਕਾਫੀ ਡਿਲੇਜ਼ ਆਈਆਂ ਸੀ। ਫਾਈਜ਼ਰ ਦੀਆਂ ਕਈ ਸ਼ਿਪਮੈਂਟ 3 ਵੀਕਾਂ ਲਈ ਸਾਡੇ ਕੋਲ ਆਈਆਂ ਨਹੀਂ। ਈਵਨ ਜਦੋਂ ਖਾਸ ਕਰਕੇ ਅਪ੍ਰੈਲ ਦੇ ਵਿੱਚ ਅਸੀਂ ਗੱਲ ਕਰਦੇ ਜਿਹੜੀ ਮੋਡਰਨਾ ਦੀ ਸਪਲਾਈ ਸੀਗੀ ਉਹ 3 ਵਾਰੀ ਡਿਲੇ ਕੀਤੀ ਗਈ ਸੀ। ਐਸਟਰਾਜ਼ੇਨੇਕਾ ਦੀ ਸਪਲਾਈ ਉਹ ਵੀ ਡਿਲੇ ਕੀਤੀ ਗਈ ਸੀਗੀ। ਸੋ ਇਸ ਦੇ ਵਿੱਚ ਕਾਫੀ ਚੈਲੰਜਸ ਜਿਹੜੇ ਸੀਗੇ ਉਹ ਪ੍ਰੋਵਿੰਸ ਨੂੰ ਆਏ ਸੀ। ਇਸ ਦੇ ਵਿੱਚ ਪ੍ਰੋਵਿੰਸ਼ੀਅਲ ਸਿਸਟਮ ਜਿਵੇਂ ਜਿਸ ਤਰੀਕੇ ਨਾਲ ਸੈੱਟ ਕੀਤਾ ਗਿਆ ਸੀ ਉਸ ਦੇ ਵਿੱਚ ਤੁਸੀਂ 1.5 ਲੱਖ 3 ਲੱਖ ਵੈਕਸੀਨ ਦੇ ਵਿੱਚ ਲਾ ਸਕਦੇ ਆ। ਪਰ ਜਿੰਨਾ ਚਿਰ ਤੱਕ ਸਪਲਾਈ ਨਹੀਂ ਆਉਂਦੀ ਫਿਰ ਉਹਨਾਂ ਚਿਰ ਤੱਕ ਤੁਸੀਂ ਉਹਨੂੰ ਐਡਮਿਨਿਸਟਰ ਨਹੀਂ ਕਰ ਸਕਦੇ। ਪਰ ਜਿੰਨੀ ਵੀ ਵੈਕਸੀਨ ਪ੍ਰੋਵਿੰਸ ਕੋਲ ਆਉਂਦੀ ਸੀਗੀ ਅੱਜ ਤੱਕ, ਉਹਨਾਂ ਦੇ ਵਿੱਚ ਹਰ ਇੱਕ ਵੈਕਸੀਨ ਦੇ ਵਿੱਚ ਜਦੋਂ ਵੀ ਅੰਟਾਰੀਓ ਵਿੱਚ ਪਹੁੰਚਦੀ ਸੀਗੀ ਉਸੇ ਵੇਲੇ ਉਹਨੂੰ ਅਪੁਆਇੰਟਮੈਂਟ ਦੇ ਰਾਹੀਂ ਐਲੋਕੇਟ ਕੀਤਾ ਜਾਂਦਾ ਸੀਗਾ। ਇਸ ਵਕਤ ਅਸੀਂ 5 ਲੱਖ ਵੈਕਸੀਨ ਜਿਹੜੇ ਪੀਲ ਰੀਜਨ ਦੇ ਵਿੱਚ ਓਵਰ 500,000 ਤੁਸੀਂ ਤਕਰੀਬਨ 530,000 ਦੇ ਲਾਗੇ ਜਾ ਕੇ ਵੈਕਸੀਨ ਜਿਹੜੀ ਹੈਗੀ ਆ ਪੀਲ ਰੀਜਨ ਵਿੱਚ ਲੱਗ ਚੁੱਕੀ ਆ। ਇਸ ਦੇ ਵਿੱਚ ਸਿਰਫ ਮੇਰੇ ਮਹੀਨੇ ਵਿੱਚ 50% ਜਿਹੜੀ ਡਬਲ ਕੀਤੀ ਜਾ ਰਹੀ ਆ ਹੌਟ ਸਪੌਟਸ ਲਈ, ਜਿਸ ਦੇ ਵਿੱਚ ਸਾਰੀ ਬਰੈਂਪਟਨ ਦੀ ਸਿਟੀ ਕਵਰ ਕੀਤੀ ਜਾ ਰਹੀ ਆ। ਉਸ ਦੇ ਵਿੱਚ 432,000 ਨਵੇਂ ਵੈਕਸੀਨ ਦੇ ਡੋਜ਼ ਸਿਰਫ ਆਪਣੇ ਪੀਲ ਰੀਜਨ ਵਿੱਚ ਆ ਰਹੇ ਆ। ਸੋ ਤਕਰੀਬਨ 9 ਲੱਖ ਐਂਡ ਦੇ ਮਹੀਨੇ ਤੱਕ ਆਪਣੇ ਕੋਲ ਇੱਥੇ ਪੀਲ ਰੀਜਨ ਦੇ ਵਿੱਚ ਲੱਗ ਜੂਗੇ। ਤੇ ਜਿਹੜੇ ਵੀ ਕੋਈ ਬਰੈਂਪਟਨ ਦੇ ਵਿੱਚ ਰਹਿੰਦਾ ਇਸ ਵਕਤ ਜਾਂ ਮਿਸਿਸਾਗਾ ਦੇ ਜਿਹੜੇ ਕਈ ਪੀਲ ਹੌਟਸਪੌਟ ਪੋਸਟਲ ਕੋਡ ਆ, ਪਰ ਸਾਰੇ ਬਰੈਂਪਟਨ ਦੇ ਵਿੱਚ ਜੇ ਤੁਸੀਂ ਰਹਿੰਦੇ 18 ਸਾਲ ਤੋਂ ਏਜ ਦੇ ਉੱਤੇ ਆ, ਤੁਸੀਂ ਅੱਜ ontario.ca/book ਵੈਕਸੀਨ ਦੇ ਉੱਤੇ ਜਾ ਕੇ ਆਪਣੀ ਕੋਈ ਵੀ ਆਪਣੇ ਇੱਥੇ ਜਿਹੜਾ ਮੈਸ ਵੈਕਸੀਨੇਸ਼ਨ ਸੈਂਟਰ ਹੈਗਾ ਉਸ ਵਿੱਚ ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ। ਠੀਕ ਹੈ। ਸੋ ਇੱਕ ਵਾਰ ਦੋਸਤੋ ਫਿਰ ਦੱਸ ਦਿੰਦੇ ਕਿ 18+ ਅਗਰ ਤੁਹਾਡੀ ਏਜ 18 ਤੋਂ ਉੱਪਰ ਹੈ ਹੁਣ, ਤਾਂ ਉਹਨਾਂ ਸਾਰਿਆਂ ਦੇ ਲਈ ਜਿਹੜੀਆਂ ਕੁਛ ਆਪਸ਼ਨਸ ਓਪਨ ਹੋ ਗਈਆਂ। ਸੋ ਉਹਦੇ ਲਈ ਤੁਸੀਂ ਹੁਣ ਜਿਹੜੀਆਂ ਜੀ ਆਪਣੀ ਨੇੜਲੀ ਕੋਈ ਵੀ ਜਿਹੜੀ ਆਪਣੀਆਂ ਫਾਰਮੇਸੀਜ਼ ਨੇ ਜਾਂ ਹੌਟ ਸਪੌਟਸ ਨੇ ਜਿਵੇਂ ਡੈਡੀਕੇਟ ਕੀਤੇ ਗਏ ਨੇ, ਬਹੁਤ ਸਾਰੇ
ਜਿਹੜੇ ਲੋਕੇਸ਼ਨਸ ਦੇ ਬਾਰੇ 'ਚ ਵੇਰਵੇ ਵੱਖ-ਵੱਖ ਸੋਰਸਿਸ ਦੇ ਉੱਪਰ, ਚਾਹੇ ਉਹ ਗਵਰਨਮੈਂਟ ਦੀਆਂ ਵੈਬਸਾਈਟਸ ਨੇ ਜਾਂ ਫਿਰ ਪ੍ਰਭਮੀ ਥੁਰੀ ਜਾਂ ਆਪਣੇ ਤਰੀਕੇ ਦੇ ਨਾਲ ਸਾਰੇ ਜਣੇ, ਜਾਂ ਮੀਡੀਆ ਦੇ ਵਿੱਚ ਵੀ ਅਸੀਂ ਈਵਨ ਸਾਡੇ ਹਰਜਿੰਦਰ ਗਿੱਲ ਸ਼ੋਅ ਦੇ ਪੇਜ ਦੇ ਉੱਪਰ ਵੀ ਤੁਸੀਂ ਬਹੁਤ ਸਾਰੇ ਲਿੰਕ ਅਸੀਂ ਤੁਹਾਡੇ ਲਈ ਰੈਗੂਲਰ ਬੇਸਿਸ ਦੇ ਉੱਪਰ ਸਾਂਝੇ ਕਰਦੇ ਰਹੀਦਾ। ਸੋ ਉਹਨਾਂ ਤੋਂ ਜਾ ਕੇ ਤੁਸੀਂ ਸਾਰੇ ਵੇਰਵੇ ਲੈ ਸਕਦੇ ਹੋ। ਅੱਛਾ ਪ੍ਰਭਮੀ ਜੀ, ਕੋਈ ਖਾਸ ਕੋਈ ਕਨਫਿਊਜ਼ਨ ਚੱਲ ਰਹੀ ਹੋਵੇ ਇਸ ਵੇਲੇ ਕਿ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਪਤਾ ਨਹੀਂ ਹੁਣ ਸਿਰਫ ਔਰ ਸਿਰਫ ਜਿਹੜਾ ਇੱਕ ਖਾਸ ਪੋਸਟਲ ਕੋਡ ਦੇ ਵਿੱਚ ਜਾਂ ਉਸ ਫਾਰਮੇਸੀ ਦੇ ਏਰੀਏ ਦੇ ਵਿੱਚ ਹੀ ਰਹਿਣ ਵਾਲੇ ਲੋਕ ਆ, ਉੱਥੋਂ ਹੀ ਉਹਨਾਂ ਨੂੰ ਉਸੇ ਇੱਕ ਡੈਡੀਕੇਟਡ ਹੌਟਸਪੌਟ 'ਤੇ ਜਾਂ ਉਸੇ ਏਰੀਏ ਦੇ ਡੈਡੀਕੇਟਡ ਫਾਰਮੇਸੀਜ਼ 'ਤੇ ਜਾ ਕੇ ਹੀ ਵੈਕਸੀਨ ਕਰਵਾਉਣੀ ਚਾਹੀਦੀ ਹੈ। ਇਸ ਪੁਆਇੰਟ ਨੂੰ ਥੋੜ੍ਹਾ ਕਵਰ ਕਰਨਾ ਚਾਹੋ। ਹਾਂਜੀ, ਇਸ ਦੇ ਵਿੱਚ ਤਕਰੀਬਨ ਜਿੱਦਾਂ ਅਸੀਂ ਪੋਸਟਲ ਕੋਡ ਸੈੱਟ ਕੀਤੇ ਹੋਏ, ਸੋ ਜਿਹੜੀ ਥੋੜੀ ਜਿਹੀ ਕਈ ਵਾਰ ਕਨਫਿਊਜ਼ਨ ਆ ਜਾਂਦੀ ਉਸ ਦੇ ਵਿੱਚ ਹੁਣ ਅਸੀਂ ਇਹ ਅਸ਼ੋਰ ਕਰਦੇ ਵੀ ਜੇ ਤੁਸੀਂ ਕਿਤੇ ਵੀ ਬਰੈਂਪਟਨ ਦੇ ਵਿੱਚ ਜਿੰਨੇ ਵੀ ਪੋਸਟਲ ਕੋਡ ਹੈਗੇ ਬਰੈਂਪਟਨ ਦੇ, ਉਹ ਤਕਰੀਬਨ ਸਾਰੇ ਐਵਰੀ ਸਿੰਗਲ ਵਨ ਆਫ ਦਾ ਪੋਸਟਲ ਕੋਡ ਉਹਨੂੰ ਹੌਟਸਪੌਟ ਐਲੋਕੇਟ ਕੀਤਾ ਜਾਂਦਾ। ਸੋ ਤੁਸੀਂ ਆਪਣੇ ਜੋ ਪ੍ਰੋਵਿੰਸ਼ੀਅਲ ਵੈਬਸਾਈਟ ਤੇ ਜਾਓਗੇ, ਤੁਸੀਂ ਕੋਈ ਵੀ ਲੋਕੇਸ਼ਨ ਜਿਹੜੀ ਹੈਗੀ ਆ ਬਰੈਂਪਟਨ ਦੇ ਵਿੱਚ ਉਹ ਤੁਸੀਂ ਸਿਲੈਕਟ ਕਰ ਸਕਦੇ ਆ। ਸੋ ਉਸ ਦੇ ਵਿੱਚ ਜੇ ਤੁਸੀਂ ਬਰੈਂਪਟਨ 'ਚ ਖਾਸ ਕਰਕੇ ਰਹਿਣ ਵਾਲੇ ਆ, ਤੁਹਾਨੂੰ ਉਹਦੇ ਲਈ ਸੌਖਾ ਹੋ ਜਾਊਗਾ। ਸੋ ਯੂ ਡੋਂਟ ਨੀਡ ਟੂ ਵਰੀ ਅਬਾਊਟ ਯੂਰ ਪੋਸਟਲ ਕੋਡ। ਜਿੰਨੇ ਵੀ ਪੋਸਟ ਕੋਡ ਬਰੈਂਪਟਨ ਦੇ ਹੈਗੇ ਉਹ ਤੁਸੀਂ ਸਾਰੇ ਯੂਜ਼ ਕਰ ਸਕਦੇ। ਇਸ ਦੇ ਨਾਲ ਈਵਨ ਆਪਣੇ ਫਾਰਮੇਸੀਜ਼ ਜਿਹੜੀਆਂ ਹੈਗੀਆਂ ਉੱਥੇ ਵੀ ਚੱਲ ਰਿਹਾ ਪੂਰਾ ਆਪਣਾ, ਫਾਰਮੇਸੀਜ਼ ਦੇ ਵਿੱਚ ਵੀ ਤੁਸੀਂ ਲਵਾ ਸਕਦੇ। ਅਤੇ ਨਾਲ ਦੀ ਨਾਲ ਜੋ ਪੌਪ ਅਪ ਕਲੀਨਿਕ ਜਿਹੜੇ ਹੈਗੇ ਆ ਡਾਕਟਰ ਲੋਕ ਵੱਲੋਂ, ਜਿਹੜੇ ਪਬਲਿਕ ਹੈਲਥ ਉਹਦੇ ਵੱਲੋਂ ਔਰਗਨਾਈਜ਼ ਕੀਤੇ ਜਾਂਦੇ, ਆਥੋਰਾਈਜ਼ ਕੀਤੇ ਜਾਂਦੇ, ਜਿਵੇਂ ਕਿ ਆਪਣੇ ਕੱਲ੍ਹ ਤੋਂ ਅੰਟਾਰੀਓ ਖਾਲਸਾ ਦਰਬਾਰ ਵੀ ਲੱਗਣਾ। ਪਿਛਲੇ ਵੀਕ ਸਾਡੇ ਉੱਥੇ ਇਸ ਨਾਲ ਮਾਸਕ ਜਿਹੜਾ ਹੈਗਾ ਸੀ ਮੁਸਲਿਮ ਸੈਂਟਰ ਉੱਥੇ ਵੀ ਲੱਗਾ ਸੀ, ਬਰੈਂਪਟਨ ਦੇ ਵਿੱਚ ਵੀ, ਸਾਊਥ ਕਲਚਰ ਦੇ ਵਿੱਚ ਵੀ ਜਿਹੜੇ ਲੱਗ ਰਿਹਾ। ਸੋ ਕਾਫੀ ਤਰੀਕਿਆਂ ਨਾਲ ਅਸੀਂ ਲਾ ਰਹੇ ਹਾਂ ਵੀ ਛੇਤੀ ਤੋਂ ਛੇਤੀ ਹੋ ਜਾਵੇ। ਈਵਨ ਸਾਡੇ ਬਰੈਂਪਟਨ ਹਸਪੀਟਲ ਦੇ ਵਿੱਚ ਅਤੇ ਚੰਗੂਜ਼ੀ ਵੈਲਨੈਸ ਸੈਂਟਰ ਵਿੱਚ ਵੀ ਸੈਂਟਰ ਜਿਹੜੇ ਹੈਗੇ ਆ ਉੱਥੇ ਵੀ ਆਪਣੀ ਵੈਕਸੀਨ ਇਸ ਵਕਤ ਲੱਗ ਰਹੀ ਆ। ਠੀਕ ਹੈ, ਵੈਰੀ ਗੁੱਡ। ਅੱਛਾ, ਤੇ ਇਹਦੇ ਵਿੱਚ ਸਰ ਦੱਸੋ ਇਹ ਵੀ ਥੋੜ੍ਹਾ ਜਿਹਾ ਕਿ ਕੌਣ ਲਗਵਾ ਸਕਦਾ ਇਸ ਵੇਲੇ, ਕੌਣ ਐਲੀਜੀਬਲ ਹੈ, ਕਿ ਕੋਈ ਸਿਟੀਜ਼ਨ ਹੈ ਇੱਥੇ ਦਾ ਜਾਂ PR ਹੈ ਜਾਂ ਕੋਈ ਵਰਕ ਪਰਮਿਟ 'ਤੇ ਹੈ, ਕੋਈ ਸਟੂਡੈਂਟ ਹੈ, ਕਿਹਦੇ ਲਈ ਇਸ ਵੇਲੇ ਸਾਰੀਆਂ ਆਪਸ਼ਨਸ ਓਪਨ ਨੇ? ਇਸ ਲਈ ਸਾਰਿਆਂ ਦੀ ਆਪਸ਼ਨ ਇਸ ਵਕਤ ਓਪਨ ਹੈਗੀ ਹੈ। ਸੋ ਚਾਹੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੈਗੇ, ਕੈਨੇਡੀਅਨ ਸਿਟੀਜ਼ਨ ਹੈਗੇ ਆ, ਜਾਂ ਟੈਂਪਰੇਰੀ ਵਰਕ ਪਰਮਿਟ ਲਈ ਹੈਗੇ ਆ, ਹਰ ਇੱਕ ਨੂੰ ਇੱਥੇ ਸਪਲਾਈ ਜਿਹੜੀ ਹੈਗੀ ਉਹ ਦਿੱਤੀ ਜਾ ਰਹੀ ਆ। ਸੋ ਕੋਈ ਵੀ ਇਸ ਵਕਤ ਆਪਣੀ ਵੈਕਸੀਨੇਸ਼ਨ ਜਿਹੜੀ ਹੈਗੀ ਆ ਉਹ ਲੈ ਸਕਦੇ ਆ। ਈਵਨ ਅਸੀਂ ਐਸੈਂਸ਼ੀਅਲ ਵਰਕ ਪਲੇਸਿਸ ਨੂੰ ਵੀ ਦੇਣੇ ਸ਼ੁਰੂ ਕਰ ਦਿੱਤੇ ਆ। ਸੋ ਜਿੱਦਾਂ ਐਮਾਜ਼ੋਨ ਨੂੰ ਸਾਰਿਆਂ ਨੂੰ ਜਿਹੜੇ ਉੱਥੇ ਕੰਮ ਕਰਦੇ ਉਹਨਾਂ ਨੂੰ ਵੈਕਸੀਨ ਦਿੱਤੀ ਗਈ ਆ। ਮੇਪਲ ਲਾਰਜ ਫਾਰਮ, ਮੇਪਲ ਲੀਫ ਫੂਡਸ, ਉੱਥੇ ਵੀ ਜਿਹੜੇ ਤਿੰਨੇ ਲੋਕੇਸ਼ਨਾਂ ਹੈਗੀਆਂ ਜਿਹੜੀਆਂ ਸਭ ਤੋਂ ਵੱਡੀਆਂ ਐਮਪਲੋਇਰਸ ਹੈਗੀਆਂ ਜਿਹਦੇ ਵਿੱਚ ਅਸੀਂ ਐਸੈਂਸ਼ੀਅਲ ਵਰਕਰ, ਉਹ ਪਿਛਲੇ ਵੀਕ ਤੋਂ ਉਹਨਾਂ ਨੂੰ ਵੀ ਸਾਰਿਆਂ ਨੂੰ ਵੈਕਸੀਨੇਸ਼ਨ ਲੱਗ ਚੁੱਕੀ ਹੈ। ਸੋ everybody in Canada is eligible। ਜਿਹੜੇ ਇੱਥੇ ਹੈਗੇ ਆ, ਚਾਹੇ ਤੁਹਾਡੇ ਕੋਲ ਹੈਲਥ ਕਾਰਡ ਵੀ ਹੈ ਚਾਹੇ ਨਹੀਂ ਹੈਗਾ, ਸੋ ਅਸੀਂ ਉਹਨਾਂ ਨੂੰ ਜ਼ਰੂਰ ਕਹਿੰਦੇ ਹਾਂ ਵੀ ਹਰ ਇੱਕ ਨੂੰ ਜਿਹੜਾ ਵੀ ਲਵਾ ਸਕਦਾ ਛੇਤੀ ਤੋਂ ਛੇਤੀ ਆਪਣੀ ਲਵਾ ਲਵੇ। ਸੋ ਜਿਵੇਂ ਦੋਸਤੋ ਪ੍ਰਮਿਤ ਹੋਰਾਂ ਨੇ ਗੱਲ ਕੀਤੀ ਹੈ ਕਿ ਤੁਹਾਡਾ ਸਟੇਟਸ ਚਾਹੇ ਇੱਥੇ ਕੈਨੇਡਾ 'ਚ ਕੁਛ ਵੀ ਹੈ, ਤੁਸੀਂ ਵਿਜ਼ਟਰ ਆਏ ਹੋਏ ਹੋ, ਸੁਪਰ ਵੀਜ਼ੇ 'ਤੇ ਹੋ, ਵਰਕ ਪਰਮਿਟ 'ਤੇ ਹੋ, ਰੈਫਿਊਜੀ ਹੋ, ਸਟੂਡੈਂਟ ਹੋ, ਇੱਥੇ PR ਹੋ, ਸਿਟੀਜ਼ਨ ਹੋ, ਰਿਗਾਰਡਲੈਸ ਤੁਹਾਡਾ ਸਟੇਟਸ ਕੋਈ ਵੀ ਹੋਵੇ, ਇਸ ਵੇਲੇ ਮੇਕ ਸ਼ੋਰ ਕੀਤਾ ਜਾ ਰਿਹਾ ਕਿ ਈਚ ਐਂਡ ਐਵਰੀ ਇੰਡੀਵਿਜੂਅਲ ਜਿਹੜਾ ਹੈ ਉਹ ਆਪਣੀ ਇਸ ਵੈਕਸੀਨੇਸ਼ਨ ਦੇ ਲਈ ਆਪਣੀ ਨੇੜਲੀ ਜਿਹੜੀ ਵੀ ਲੋਕੇਸ਼ਨ ਉੱਥੇ ਬੁਕਿੰਗ ਕਰਵਾ ਕੇ ਅਤੇ ਆਪਣੀ ਜਿਹੜੀ ਵੈਕਸੀਨ ਹੈ ਉਹਦਾ ਪ੍ਰੋਸੈਸ ਕੰਪਲੀਟ ਕਰਨ। ਪ੍ਰਮਿਤ ਜੀ, ਇਹ ਕੋਈ ਕਹਿ ਲਈਏ ਕਿ ਲਾਜ਼ਮੀ ਕੀਤਾ ਜਾ ਰਿਹਾ ਆਉਣ ਵਾਲੇ ਟਾਈਮ 'ਚ ਕਿ ਹਰ ਕਿਸੇ ਨੂੰ ਲਗਵਾਉਣਾ ਹੀ ਪੈਣਾ, ਜਾਂ ਇਹ ਚੋਇਸ ਹੈ ਕਿ ਅਸੀਂ ਲਗਵਾਉਣੀ ਹੈ ਤਾਂ ਮਰਜ਼ੀ ਹੈ, ਜੇ ਨਹੀਂ ਲਗਵਾਉਣਾ ਚਾਹੁੰਦੇ ਤਾਂ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦੀ ਬੰਦਿਸ਼? ਨਹੀਂ ਜੀ, ਹਜੇ ਤੱਕ ਸਰਕਾਰ ਨੇ ਤੇ ਇਹੀ ਸਾਰਿਆਂ ਨੂੰ ਬੇਨਤੀ ਕਰ ਰਹੇ ਆ ਵੀ ਇਹਦੇ ਵਿੱਚ ਕਾਫੀ ਜਿਹੜੇ ਸਾਇੰਟਿਸਟ ਹੈਗੇ, ਹੈਲਥ ਪ੍ਰੋਫੈਸ਼ਨਲਸ ਹੈਗੇ, ਸਾਰੇ ਲਵਾ ਰਹੇ ਆ। ਸੋ ਅਸੀਂ ਵੀ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ, ਕੌਨਸਟੀਟਿਊਸ਼ਨਲੀ ਤੁਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ ਲਵਾਉਣ ਨੂੰ, ਨਾ ਲਵਾਉਣ ਨੂੰ। ਪਰ ਜਿਵੇਂ ਕਿ ਸਾਡੇ ਡਾਕਟਰ ਲੋ ਨੇ ਇੱਥੇ ਜਿਹੜੇ ਆਪਣੇ ਪਬਲਿਕ ਹੈਲਥ ਦੇ ਆਫਿਸਰ ਹੈਗੇ, ਉਹਨਾਂ ਨੇ ਇਹ ਵੀ ਕਹਿ ਚੁੱਕੇ ਆ ਵੀ ਹੋਪਫੁਲੀ ਅਸੀਂ ਸਮਰ ਤੋਂ ਪਹਿਲਾਂ ਜੂਨ ਦੇ ਵਿੱਚ ਇੱਕ ਜਿਹੜਾ ਹਰਡ ਇਮਿਊਨਿਟੀ ਦਾ ਕਾਨਸੈਪਟ ਹੈਗਾ ਵੀ ਅਸੀਂ 70% ਤੋਂ ਉੱਤੇ ਜਿਹੜੇ ਲੋਕ ਆਪਣੇ ਪਹਿਲੀ ਡੋਜ਼ ਨਾਲ ਲੱਗ ਜੂਗੀ, ਉਹ ਆਪਣੇ ਇੱਕ ਸਿਟੀ ਲਈ ਬਹੁਤ ਵਧੀਆ ਚੀਜ਼ ਹੋਗੀ। ਸੋ ਅਸੀਂ ਇਨਕਰੇਜ ਕਰਦੇ ਹਾਂ ਵੀ ਸਭ ਤੋਂ ਵੱਧ ਤੋਂ ਵੱਧ ਜਿੰਨੇ ਵੀ ਆਪਣੇ ਲਵਾ ਸਕਦੇ ਉਹ ਲਵਾਉਣ। ਤੇ ਜਿਵੇਂ ਕਿ ਆਪਣੇ ਨੰਬਰ ਇਸ ਵਕਤ ਆ ਰਿਹਾ ਵੀ 5 ਲੱਖ ਤੋਂ ਉੱਤੇ ਆਲਰੇਡੀ ਲੱਗ ਚੁੱਕੀ ਆ। ਸਿਰਫ ਮਈ ਦੇ ਮਹੀਨੇ 'ਚ ਪੀਐਲ ਨੂੰ 400,000 ਪਲੱਸ ਵੈਕਸੀਨ ਜਿਹੜੀ ਹੈਗੀ ਆ ਉਹ ਮਿਲਣੀ ਆ। ਜਦੋਂ ਅਸੀਂ ਪੀਐਲ ਦੀ ਪਾਪੂਲੇਸ਼ਨ ਵੇਖਦੇ ਹਾਂ ਵੀ 1.5 ਮਿਲੀਅਨ ਦੇ ਤਕਰੀਬ ਹੈਗੀ ਆ, ਉਸ ਦੇ ਵਿੱਚ ਜਦੋਂ ਤੁਸੀਂ ਪਾਪੂਲੇਸ਼ਨ ਜਿਹੜੀ 18 ਸਾਲ ਤੋਂ ਥੱਲੇ ਉਹਨੂੰ ਸਬਟਰੈਕਟ ਕਰ ਲਓ ਤੇ ਅਸੀਂ ਬਹੁਤ ਵਧੀਆ ਪੋਜੀਸ਼ਨ ਦੇ ਵਿੱਚ ਹੈਗੇ ਹਾਂ, ਜਿਸ ਦੇ ਵਿੱਚ ਅਸੀਂ ਇੱਕ ਹਰਡ ਇਮਿਊਨਿਟੀ ਦਾ ਕਾਨਸੈਪਟ ਵੀ ਰੀਚ ਕਰ ਸਕਦੇ ਹਾਂ। ਅਤੇ ਨਾਲ ਜਿਹੜਾ ਪੈਂਡੈਮਿਕ ਜਿਸ ਤੇ ਇਸ ਵਕਤ ਫੋਕਸ ਕੀਤਾ ਜਾ ਰਿਹਾ ਵੀ ਬਰੈਂਪਟਨ ਨੂੰ ਖਾਸ ਕਰਕੇ ਵੈਕਸੀਨ ਵੱਧ ਤੋਂ ਵੱਧ ਮਿਲ ਜਾਵੇ, ਜਿਸ ਦੇ ਵਿੱਚ ਆਪਾਂ ਨੂੰ ਕਾਫੀ ਇੰਪੈਕਟ ਪਏ ਅਤੇ ਹੋਪਫੁਲੀ ਹੌਲੀ ਤੋਂ ਹੌਲੀ ਆਪਾਂ ਛੇਤੀ ਤੋਂ ਛੇਤੀ
ਇਕੋਨਮੀ ਵੀ ਖੋਲ ਸਕੀਏ ਫਿਰ। ਅੱਛਾ, ਤੇ ਇਹਦੇ ਚ ਅਗਲਾ ਸਵਾਲ ਸਰ ਕਿ ਜਿਹੜਾ ਆਪਾਂ ਪਹਿਲੀ ਡੋਜ਼ ਤੋਂ ਬਾਅਦ ਦੂਸਰੀ ਡੋਜ਼ ਦੀ ਗੱਲ ਕਰ ਰਹੇ ਹਾਂ, ਜਿੱਥੇ ਸ਼ੁਰੂਆਤੀ ਦੌਰ ਦੇ ਵਿੱਚ ਗੱਲ ਹੋ ਰਹੀ ਸੀ ਕਿ 28 ਦਿਨ ਜਾਂ 4 ਹਫ਼ਤਿਆਂ ਤੋਂ ਬਾਅਦ ਨੈਕਸਟ ਡੋਜ਼ ਮਿਲਣੀ ਹੈ, ਹੁਣ ਉਹ 4-4 ਮਹੀਨੇ ਬਾਅਦ ਦਾ ਜਿਹੜਾ ਨੰਬਰ ਆ ਰਿਹਾ, ਇਸ ਪੁਆਇੰਟ ਤੇ ਥੋੜ੍ਹਾ ਜਿਹਾ ਕਹੋ, ਕੁਝ ਦੱਸਣਾ ਚਾਹੋ ਕਿ ਜੇਕਰ ਕੋਈ ਪੋਸੀਬਿਲਿਟੀਜ਼ ਹੋਣਗੀਆਂ ਕਿ ਆਉਣ ਵਾਲੇ ਟਾਈਮ 'ਚ ਉਹ ਜਿਹੜੀ ਗੈਪ ਹੈ ਉਹ ਵੀ ਘਟਣ ਦੇ ਚਾਂਸ ਨੇ, ਜਦੋਂ ਇੱਕ ਵਾਰ ਸਾਰੇ ਵੈਕਸੀਨ ਫਸਟ ਡੋਜ਼ ਸਾਰਿਆਂ ਦੇ ਲੱਗ ਜਾਂਦੀ ਹੈ ਤਾਂ ਉਹ ਵੀ ਪਹਿਲਾਂ ਵੀ ਹੋ ਸਕਦੀ ਹੈ ਕਿ ਜਾਂ ਉਹ 4 ਮਹੀਨੇ ਤੋਂ ਲੇਟ ਵੀ ਹੋਣ ਦੇ ਚਾਂਸਸ ਲੱਗਦੇ ਆ? ਹਾਂਜੀ, ਇਸ ਦੇ ਵਿੱਚ ਜਿਵੇਂ ਕਿ ਫੈਡਰਲ ਗਵਰਨਮੈਂਟ ਨੇ ਸੁਜੈਸਟ ਕੀਤਾ ਸੀਗਾ ਵੀ ਇਹ ਜਿਹੜੀ NACI ਜਿਹੜੀ ਹੈਗੀ ਹੈ, ਫੈਡਰਲ ਗਵਰਨਮੈਂਟ ਦੀ ਆਪਣੀ ਐਸੋਸੀਏਸ਼ਨ ਹੈਗੀ, ਉਹਨਾਂ ਨੇ ਕਿਹਾ ਸੀ ਵੀ ਤੁਸੀਂ 4 ਮਹੀਨੇ ਤੱਕ ਇਸ ਦਾ ਇੰਟਰਵਲ ਕਰ ਸਕਦੇ ਆ। ਸੋ ਉਸ ਦੇ ਵਿੱਚ ਅਸੀਂ ਜਿਉਂ ਸਪਲਾਈ ਆਊਗੀ, ਜਿਵੇਂ ਜਿਵੇਂ ਸਪਲਾਈ ਜਾਊਗੀ, ਹਰ ਇੱਕ ਚੀਜ਼ ਰੀਅਸੈਸ ਹੋ ਸਕਦੀ ਆ। ਕਰੰਟਲੀ ਹਜੇ ਵੀ ਪੋਜੀਸ਼ਨ ਇਹੀ ਹੈ ਵੀ ਸਾਨੂੰ 4 ਮਹੀਨੇ, ਕਿਉਂਕਿ ਅਸੀਂ ਇਸ ਵਕਤ ਬਰੈਂਪਟਨ ਨੂੰ ਜ਼ਰੂਰ ਪ੍ਰਾਇਓਰਿਟੀ ਦੇ ਕੇ 50% ਪਲੱਸ ਵੈਕਸੀਨ ਇੱਥੇ ਭੇਜ ਰਹੇ ਆ, ਪਰ ਬਾਕੀ ਵੀ ਸਾਰਾ ਅੰਟੈਰੀਓ ਜਿਹੜਾ ਆਪਾਂ ਪਹਿਲੀ ਡੋਜ਼ ਇੱਥੇ ਲੱਗੀ ਆਪਣੇ ਬਰੈਂਪਟਨ ਦੇ ਵਿੱਚ, ਆਪਣੇ ਫੀਲਡ ਦੇ ਵਿੱਚ, ਉਸ ਤੋਂ ਬਾਅਦ ਵੀ ਸਟਿਲ ਹੈਵ ਟੂ ਪ੍ਰੋਟੈਕਟ ਜਿਹੜਾ ਰੈਸਟ ਆਫ ਅੰਟੈਰੀਓ ਹੈ। ਸੋ ਜਿਹੜੇ ਕਈ ਮਿਸਿਸਾਗਾ ਪੋਸਟਲ ਕੋਡ ਜਿਨ੍ਹਾਂ ਨੂੰ ਨਹੀਂ ਮਿਲੀ, ਜਾਂ ਕਈ ਅੰਟੈਰੀਓ ਦੇ ਸ਼ਹਿਰ ਹਜੇ ਉੱਥੇ ਸਿਰਫ 50 ਜਾਂ 55 ਤੋਂ ਉੱਤੇ ਲੱਗ ਰਹੀ ਹੈ ਉਹਨਾਂ ਨੂੰ, ਰਾਈਟ। ਸੋ ਅਸੀਂ ਇੱਥੇ 18 ਤੋਂ ਪੀਓਜ਼ ਆਪਣੇ ਖਾਸ ਕਰਕੇ ਬਰੈਂਪਟਨ ਦੇ ਵਿੱਚ everyone 18 and over is eligible, ਪਰ ਕਈ ਹਜੇ ਮੈਜੋਰਿਟੀ ਜਿਹੜਾ ਅੰਟੈਰੀਓ ਹੈਗਾ ਉਹ ਹਜੇ ਵੀ 50 and above ਤੇ ਹੈਗਾ। ਸੋ ਇਸ ਲਈ ਸਾਨੂੰ ਜਿਹੜੇ ਸਾਇੰਟਿਫਿਕ ਜਾਂ ਸਾਨੂੰ ਜੋ ਇਨਫੋਰਮੇਸ਼ਨ ਮਿਲਦੀ ਹੈ ਵੀ ਕਿਵੇਂ ਹਰ ਇੱਕ ਨੂੰ ਸੇਫਟੀ ਦੇ ਵਿੱਚ ਸੇਫਲੀ ਰੱਖ ਸਕਦੇ ਹਾਂ, ਅਸੀਂ ਉਸ ਐਡਵਾਈਸ ਦੇ ਨਾਲ ਚੱਲਾਂਗੇ। ਜਿਉਂ ਜਿਉਂ ਸਪਲਾਈ ਵੱਧ ਜੂਗੀ, ਜਿੱਦਾਂ ਪਿਛਲੇ ਵੀਕਐਂਡ ਦੇ ਵਿੱਚ ਸਾਨੂੰ ਨਿਊਜ਼ ਆਈ ਹੈ ਵੀ ਸ਼ਾਇਦ ਫਾਈਜ਼ਰ ਜਿਹੜਾ ਹੈਗਾ ਉਹ ਹੋਰ ਡਬਲਿੰਗ ਆਪਣੀ US ਤੋਂ ਜਿਹੜੀ ਸਪਲਾਈ ਉਹ ਸਾਨੂੰ ਇੱਥੇ ਕੈਨੇਡਾ ਵਿੱਚ ਭੇਜਦਾ। ਸੋ ਐਜ਼ ਲੌਂਗ ਐਜ਼ ਈਵਨ ਜਿਹੜੀ ਜੌਨਸਨ ਐਂਡ ਜੌਨਸਨ ਦੀ ਸਪਲਾਈ ਮਿਲੀ ਸੀ, ਉਹ ਕੈਨੇਡੀਅਨ ਗਵਰਨਮੈਂਟ ਨੇ ਹੁਣ ਹੋਲਡ ਕਰ ਲਈ, ਕਿਉਂਕਿ ਜਿਸ ਫੈਸਿਲਿਟੀ ਵਿੱਚ ਬਣੀ ਸੀ ਉਸ ਦੇ ਵਿੱਚ ਕੋਈ ਇਸ਼ੂ ਸੀਗੇ, ਸੋ ਉਹਨਾਂ ਨੇ ਹੁਣ ਉਹ ਰਿਜੈਕਟ ਕਰ ਦਿੱਤੀ ਹੈ। ਸੋ ਜਿਵੇਂ ਵੀ ਸਪਲਾਈ ਸਾਨੂੰ ਆਊਗੀ ਅਸੀਂ ਉਸ ਦੇ ਬੇਸਿਸ ਨਾਲ ਸਾਰਾ ਕੁਛ ਕਰ ਸਕਦੇ ਹਾਂ, ਪਰ ਜਿਹੜੀ ਸਾਇੰਟਿਫਿਕ ਐਵੀਡੈਂਸ ਇਸ ਵਕਤ ਹੈਗੀ ਆ ਉਹ ਇਸ ਚੀਜ਼ ਨੂੰ ਸਪੋਰਟ ਕਰ ਰਹੀ ਹੈ ਵੀ ਤੁਸੀਂ 4 ਮਹੀਨੇ ਤੱਕ ਇੰਟਰਵਲ ਪਾ ਸਕਦੇ ਹੋ। ਸੋ ਦੋਸਤੋ, ਇੱਕ ਵਾਰ ਫਿਰ ਦੱਸ ਦਿੰਦੇ ਕਿ ਬ੍ਰਹਮਬੀਰ ਸਿੰਘ ਸਰਕਾਰੀਆ ਹੋਰੀ ਇਸ ਵੇਲੇ ਸਾਡੇ ਨਾਲ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ ਖਾਸ ਗੱਲਬਾਤ ਦੇ ਲਈ ਜੁੜੇ ਹੋਏ ਨੇ, ਜਿਹੜੇ ਕਿ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆਫ ontario ਦੇ, ਅਤੇ ਨਾਲ ਦੀ ਨਾਲ ਇਸ ਵੇਲੇ ਐਸੋਸੀਏਟ ਮਿਨਿਸਟਰ ਆਫ ਸਮਾਲ ਬਿਜ਼ਨਸ ਐਂਡ ਰੈਡ ਟੇਪ ਰਿਡਕਸ਼ਨ ਬ੍ਰਹਮਬੀਰ ਸਰਕਾਰੀਆ। ਬ੍ਰਹਮਬੀਰ ਜੀ, ਜਿਹੜੇ ਐਫਰਟਸ ਦੀ ਅਸੀਂ ਗੱਲ ਕਰੀਏ ਡਰੱਗ ਫੋਰਡ ਸਰਕਾਰ ਵੱਲੋਂ ਜਿਸ ਰੂਪ ਦੇ ਵਿੱਚ ਕੀਤੇ ਜਾ ਰਹੇ ਨੇ, ਅਤੇ ਨਾਲ ਦੀ ਨਾਲ ਵਿਰੋਧੀ ਧਿਰ ਵੱਲੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਜੇ ਵੀ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜੋ ਬਣਦੇ ਅਰੇਂਜਮੈਂਟਸ ਚਾਹੀਦੇ ਸੀ, ਡਰੱਗ ਫੋਰਡ ਸਰਕਾਰ ਉਹਨਾਂ 'ਚ ਅਜੇ ਕਾਮਯਾਬ ਨਹੀਂ ਹੋਈ, ਬਹੁਤ ਢਿੱਲ ਵਰਤੀ ਗਈ ਹੈ, ਜਿਹਦੇ ਕਾਰਨ ਨੰਬਰ ਬਹੁਤ ਵੱਧ ਗਏ ਨੇ। ਕਿਵੇਂ ਦੇਖਦੇ ਹੋ ਇਸ ਗੱਲ ਨੂੰ? ਵੇਖੋ ਜੀ, ਆਪਣਾ ਸਭ ਤੋਂ ਪਹਿਲਾਂ ਅੰਟੈਰੀਓ ਜਿਹੜਾ ਸਾਰੇ ਨਾਰਥ ਅਮਰੀਕਾ ਦੇ ਵਿੱਚੋਂ ਸਭ ਤੋਂ ਰਿਸਟ੍ਰਿਕਟਿਡ, ਸਭ ਤੋਂ ਸ਼ਟ ਡਾਊਨ ਪ੍ਰੋਵਿੰਸ ਹੈਗਾ ਜੀ। ਇਹੀ ਜਿਹੜੀਆਂ ਧਿਰਾਂ ਇੱਥੇ ਕਹਿ ਰਹੀਆਂ ਵੀ ਅੰਟੈਰੀਓ ਕੁਛ ਕਰ ਨਹੀਂ ਰਿਹਾ, ਜਦੋਂ ਅਸੀਂ ਬਾਕੀ ਪ੍ਰੋਵਿੰਸਿਸ ਨੂੰ ਕੰਪੇਅਰ ਕਰਦੇ ਹਾਂ ਤੇ ਅੰਟੈਰੀਓ ਕਈ ਆਪਾਂ ਕਹਿ ਸਕਦੇ ਹਾਂ is working way further ahead and supporting its residents a lot more. ਜਦੋਂ ਅਸੀਂ ਵੈਕਸੀਨੇਸ਼ਨ ਦੀ ਗੱਲ ਕਰਦੇ ਹਾਂ, ਅਸੀਂ 50% ਪਲੱਸ ਜਿਹੜੀ ਸਾਰੀ ਪ੍ਰੋਵਿੰਸ ਦੀ ਸਪਲਾਈ ਹੈਗੀ ਆ ਉਹ ਅਸੀਂ ਇੱਥੇ ਪੀਓ ਰੀਜਨ ਵਿੱਚ ਦੇ ਰਹੇ ਹਾਂ, ਕਿਉਂਕਿ ਇੱਥੇ ਹੌਟ ਸਪਾਟ ਹੈਗੇ, ਇੱਥੇ ਹੌਟ ਰੀਜਨਸ ਹੈਗੇ ਆ। ਸੋ ਆਈ ਥਿੰਕ ਜਿਹੜੀ ਉਹਨਾਂ ਦੀ criticism ਆ ਗਈ ਹੈ ਇਸ ਵਾਸਤੇ ਇਸ ਦੇ ਉੱਤੇ, ਇਟਸ disingenuous, and I think ਵੀ ਜਦੋਂ ਅਸੀਂ ਫੈਕਟਸ ਵੇਖਦੇ ਹਾਂ ਵੀ ਤਕਰੀਬਨ 9 ਲੱਖ ਵੈਕਸੀਨ ਇਸ ਪੀਓ ਰੀਜਨ ਦੇ ਵਿੱਚ ਸਾਰੇ ਵਿੱਚ ਲੱਗ ਜੂਗੀ ਆਪਣੇ ਤਕਰੀਬਨ ਮਈ ਤੱਕ, ਐਂਡ ਤੱਕ। ਇਟਸ ਅ ਵੈਰੀ ਬਿਗ ਥਿੰਗ। ਤੁਸੀਂ ਕੋਈ ਵੀ ਹੋਰ ਸਿਟੀ ਲਾ ਲਓ, ਰੀਜਨ ਲਾ ਲਓ, ਉਹਦੇ ਵਿੱਚ ਇੰਨੀ ਛੇਤੀ ਦੇ ਰਾਹੀਂ ਤੁਸੀਂ ਨਹੀਂ ਲਾ ਸਕਦੇ ਵੈਕਸੀਨ, ਜਾਂ ਇੰਨੇ ਹਾਈ ਨੰਬਰ ਦੇ ਵਿੱਚ ਨਹੀਂ ਲੱਗੂਗੀ। ਜਦੋਂ ਅਸੀਂ ਗੱਲ ਕਰਦੇ ਹਾਂ ਜਿੱਥੇ ਪੁਲਿਸ ਇਨਫੋਰਸਮੈਂਟ ਦੀ ਗੱਲ ਆਈ ਸੀ ਵੀ ਕਈ ਕਹਿ ਰਹੇ ਸੀ ਵੀ ਅਸੀਂ ਟੂ ਸਟ੍ਰਿਕਟ ਹੋ ਗਏ ਸੀ, ਵੀ ਅਸੀਂ ਜ਼ਿਆਦਾ ਪੁਲਿਸ ਨੂੰ ਕਹਿ ਕੇ ਵੀ ਇਨਫੋਰਸਮੈਂਟ ਦੇ ਲਈ, ਜਾਂ ਜਿਹੜਾ ਪਲੇਗਰਾਊਂਡ ਵਾਲਾ ਇਸ਼ੂ ਸੀਗਾ ਜਿੱਥੇ ਅਸੀਂ ਵੇਖਦੇ ਸੀ ਵੀ ਕਾਫੀ ਗੈਦਰਿੰਗ ਹੁੰਦੀ ਸੀ, ਉਸ ਵਿੱਚ ਅਸੀਂ ਆਪਣੀ ਗਲਤੀ ਮੰਨਦੇ ਹਾਂ ਵੀ ਸ਼ਾਇਦ ਅਸੀਂ ਟੂ ਮੱਚ ਓਵਰਸਟੈਪ ਕਰ ਗਏ ਸੀਗੇ। ਪਰ ਫਿਰ ਵੀ ਅਸੀਂ ਇਸ ਚੀਜ਼ ਦੇ ਵਿੱਚ ਖਾਸ ਕਰਕੇ ਇਸ ਸਮੇਂ ਦੇ ਵਿੱਚ ਅਸੀਂ ਹਰ ਇੱਕ ਨੂੰ ਬੇਨਤੀ ਕਰਦੇ ਵੀ ਜਿਹੜੇ ਪਬਲਿਕ ਹੈਲਥ ਦੀ ਆਰਡਰ ਹੈਗੇ ਆ ਉਹਨਾਂ ਨੂੰ ਜ਼ਰੂਰ ਫੋਲੋ ਕਰੀਏ। ਉਸ ਦੇ ਵਿੱਚ ਅਸੀਂ ਹਜੇ ਵੀ ਕਾਫੀ ਸਾਡੇ ਕੋਲ ਲੰਮਾ ਸਮਾਂ ਪਿਆ, ਪਰ ਜਿਸ ਹਿਸਾਬ ਨਾਲ ਆਪਣੀ ਵੈਕਸੀਨੇਸ਼ਨ ਲੈਵਲ ਜਿਹੜਾ ਹੈਗਾ ਕਾਫੀ ਤੇਜ਼ੀ ਨਾਲ ਚੱਲ ਰਿਹਾ, ਉਸ ਦੇ ਵਿੱਚ ਅਸੀਂ 100% I think end of the tunnel, we can see the light at the end of the tunnel and we just need to get past another couple of weeks.
ਰਾਈਟ। ਸੋ ਬ੍ਰਹਮ ਜੀ, ਅਖੀਰ ਦੇ ਵਿੱਚ ਮੈਂ ਜ਼ਰੂਰ ਚਾਹਾਂਗਾ ਇੱਕ ਵਾਰੀ ਤੁਸੀਂ ਦੁਬਾਰਾ ਰੀਕੈਪ ਦੇ ਦਿਓ ਕਿ ਜਿਹੜੀ ਹੁਣ ਇਸ ਵੇਲੇ ਜਿਹੜੀਆਂ ਫੈਸਿਲਿਟੀਜ਼ ਲਈ ਤੁਸੀਂ ਇਨਕਰੇਜ ਕਰ ਰਹੇ ਹੋ ਔਰ ਕਿਹੜੇ ਏਜ ਗਰੁੱਪਸ ਦੇ ਲਈ ਜਾਂ ਕਿਹੜੇ ਇਲਾਕਿਆਂ ਦੇ ਲਈ ਆਪਣੀਆਂ ਅਪਾਇੰਟਮੈਂਟਸ ਬੁੱਕ ਕਰਕੇ ਅਤੇ ਆਪਣਾ ਜਿਹੜਾ ਫਾਇਦਾ ਲਿਆ ਜਾ ਸਕਦਾ ਅਤੇ ਆਪਣੀ ਵੈਕਸੀਨੇਸ਼ਨ ਨੂੰ ਕੰਪਲੀਟ ਕੀਤਾ ਜਾ ਸਕਦਾ। ਹਾਂਜੀ, ਸੋ ਅਸੀਂ ਅਖੀਰ ਵਿੱਚ ਸਾਨੂੰ ਇਹੀ ਬੇਨਤੀ ਕਰਦੇ, ਕੋਈ ਵੀ 18 ਸਾਲ ਤੋਂ ਉੱਤੇ ਬਰੈਂਪਟਨ ਦੇ ਵਿੱਚ ਜਿਹੜੇ ਰਹਿਣ ਵਾਲੇ ਆ, ਚਾਹੇ ਕੋਈ ਵੀ ਤੁਹਾਡਾ ਆਕੂਪੇਸ਼ਨ ਹੋਵੇ, ਤੁਸੀਂ ਅੱਜ ਤੋਂ ਹੀ ਸਾਡੀ ਪ੍ਰੋਵਿੰਸ਼ੀਅਲ ਵੈਬਸਾਈਟ ontario.ca/book vaccine ਦੇ ਉੱਤੇ ਜਾ ਕੇ ਤੁਸੀਂ ਆਪਣਾ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਆ। ਜੇ ਤੁਹਾਡੇ ਕੋਲ ਇੰਟਰਨੈਟ ਨਹੀਂ ਚਲਾਇਆ ਜਾਂਦਾ ਤਾਂ ਤੁਸੀਂ ਆਪਣਾ ਨੰਬਰ 1-888-999-6488 ਦੇ ਉੱਤੇ ਜਾ ਕੇ ਵੀ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਆ। ਅਤੇ ਇੱਥੇ ਬਰੈਂਪਟਨ ਦੇ ਵਿੱਚ ਜਿਹੜੇ ਮੈਸ ਵੈਕਸੀਨੇਸ਼ਨ ਸੈਂਟਰ ਹੈਗੇ ਆ, ਇੱਕ ਹੈਗਾ ਜੀ ਆਪਣੇ ਸਾਕਰ ਸੈਂਟਰ ਜਿਹੜਾ ਆਪਣੇ ਸਪ੍ਰਿੰਗਡੇਲਸ, ਕ੍ਰਿਸ ਗਿਬਸਨ ਸੈਂਟਰ, ਆਪਣੇ ਜਿਹੜਾ ਇੱਥੇ ਵਿਲੀਅਮ ਆਸਟਰ ਹਸਪੀਟਲ, ਚੰਕੂਜ਼ੀ ਵੈਲਨੈਸ ਸੈਂਟਰ, ਅਤੇ ਜਿੰਨੀਆਂ ਵੀ ਸਾਡੀਆਂ ਇੱਥੇ ਫਾਰਮੇਸੀਜ਼ ਇਸ ਵਕਤ ਪਾਰਟੀਸਿਪੇਟਿੰਗ ਹੈਗੀਆਂ, ਓਵਰ 60 ਫਾਰਮੇਸੀਜ਼ ਜਿਹੜੀਆਂ ਹੈਗੀਆਂ। ਪਿਛਲੇ ਵੀਕ ਅਸੀਂ 16 ਫਾਰਮੇਸੀ ਸਾਰੇ ontario ਦੇ ਵਿੱਚ ਫਾਈਜ਼ਰ ਪਾਇਲਟ ਦੇ ਵਿੱਚ ਦਿੱਤੀਆਂ। ਉਸ ਦੇ ਵਿੱਚ ਅੱਧੀਆਂ ਜਿਹੜੀਆਂ ਹੈਗੀਆਂ ਉਹ ਪੀਓ ਰੀਜਨ 'ਚ, 8 ਦੇ ਵਿੱਚ 7 ਜਿਹੜੀਆਂ ਹੈਗੀਆਂ ਉਹ ਬਰੈਂਪਟਨ ਦੇ ਵਿੱਚ ਆ। ਸੋ ਤੁਸੀਂ ਪੀਓ ਰੀਜਨ ਦੇ ਵਿੱਚ, ਆਪਣੀ ਬਰੈਂਪਟਨ ਦੇ ਵਿੱਚ ਈਵਨ ਫਾਰਮੇਸੀ ਤੋਂ ਜਿਹੜੀਆਂ ਹੈਗੀਆਂ ਤੁਸੀਂ ਫਾਈਜ਼ਰ ਵੈਕਸੀਨ ਵੀ ਲਵਾ ਸਕਦੇ ਆ। ਸੋ ਅਖੀਰ ਦੇ ਵਿੱਚ ਹਰ ਇੱਕ ਨੂੰ ਇਹੀ ਬੇਨਤੀ ਕਰਦੇ ਵੀ ਛੇਤੀ ਤੋਂ ਛੇਤੀ ਜਿੰਨੇ ਵੀ ਆਪਾਂ ਆਪਣੇ ਵੈਕਸੀਨ ਦੀ ਅਪਾਇੰਟਮੈਂਟ ਬੁੱਕ ਕਰਕੇ ਲਵਾ ਸਕੀਏ, ਵੀ ਵਿਲ ਆਲ ਬੀ ਬੈਟਰ ਫॉर दैट। ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮਚ ਐਂਡ ਆਲ ਦ ਵੈਰੀ ਬੈਸਟ। ਥੈਂਕ ਯੂ ਵੈਰੀ ਮਚ ਗਿਲ ਸਾਹਿਬ, ਅਤੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਹ ਸਨ ਬ੍ਰਹਮੀ ਸਰਕਾਰੀਆ ਹੋਰੀ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਬਰੈਂਪਟਨ ਸਾਊਥ ਤੋਂ। ਕੁਝ ਸੰਦੇਸ਼ਾਂ ਤੋਂ ਬਾਅਦ ਅਗਲੇ ਸੈਗਮੈਂਟ ਦੇ ਵਿੱਚ ਦੁਬਾਰਾ ਜੁੜਦੇ ਹਾਂ। ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ 1350 AM ਤੇ। You are listening to the Harjinder Gill Show, Rams Punjabi, only on 1350 AM. For all our latest updates, please subscribe G Media Group YouTube channel and press the bell icon.